Good morning, students. Beta, we were discussing about the next topic of national income of economics. The topic name is National Income Accounting. As we already have discussed the topics like what are consumption goods, capital goods, consumer durable goods, and intermediate goods. So today I'm again discussing about the same thing of these topics in brief. So what is consumption goods? Consumption goods are those goods consumer, ठीक है, जिसनों कोई पर्सन कंज्यूम कर लेंदा है. What are capital goods? Capital goods ਉਹ goods ਹੁੰਦੀਆਂ ਨੇ ਬੇਟਾ ਜੋ ਕਿ ਕਿਸੇ ਹੋਰ ਗੁड्स ਨੂੰ ਪ੍ਰੋਡਿਊਸ ਕਰਨ ਦੇ ਲਈ ਆਪਾਂ ਕੈਪੀਟਲ ਗੁड्स ਨੂੰ ਯੂਜ਼ ਕਰਦੇ ਹਾਂ. ਲਾਈਕ ਕੋਈ ਮਸ਼ੀਨ ਹੈ ਬਹੁਤ ਵੱਡੀ, ਠੀਕ ਹੈ ਨਾ, ਉਹ ਕੱਪੜਾ ਜਿਹੜਾ ਹੈਗਾ ਕੱਪੜਾ ਤਿਆਰ ਕਰਕੇ ਸਾਨੂੰ ਦਿੰਦੀ ਹੈ. then that machine is a capital good. and what is consumption good? ਉਹ ਕੱਪੜਾ ਤੁਸੀਂ ਬਿਜ਼ਨਸ ਹੈ ਜੋ ਬਾਜ਼ਾਰ ਵਿੱਚ ਸੇਲ ਕਰਕੇ ਆਉਂਦਾ ਹੈ, ਠੀਕ ਹੈ. ਸੋ ਉਹਨੂੰ ਕੰਜ਼ਿਊਮਰ ਖਰੀਦਦਾ ਤਾਂ that is consumption good. ਕਲੀਅਰ ਹੈ ਬੇਟਾ? बेटा मेरी आवाज क्लियर आ रही है? ओके. Consumer durable goods, the goods which have some lifetime, that is called consumer durable. बेटा जो goods ਦੀ ਕੁਛ ਲਾਈਫ ਹੁੰਦੀ ਹੈ, ਲਾਈਕ 2-4 ਸਾਲਾਂ ਦੀ, 5 ਸਾਲਾਂ ਦੀ, ਇਵਨ ਕਿ 7-8 ਸਾਲ ਤੱਕ ਦੀ ਵੀ ਹੁੰਦੀ ਹੈ, ਠੀਕ ਹੈ. ਲਾਈਕ ਟੀਵੀ, ਰੈਫ੍ਰਿਜਰੇਟਰ, ਠੀਕ ਹੈ. ਸੋ these are called consumer ड्यूरेबल गुड्स. ड्यूरेबल बेटा बने शब्द ड्यूरेशन तो, ड्यूरेशन का मतलब होता है टाइम, ड्यूरेशन दौरान. तो ड्यूरेबल ਜਿਹੜੀਆਂ टाइम ਦੇ ਨਾਲ ਨਾਲ ਚੱਲਦੀਆਂ ਨੇ ਚੀਜ਼ਾਂ. कंज्यूमर ड्यूरेबल गुड्स आर that have some lifetime, ਜਿਹੜੀ ਜਿਸ ਦੀ ਲਾਈਫ ਕੁਛ ਨਾ ਕੁਛ ਹੁੰਦੀ ਹੈ. ਇੱਕ ਹੁੰਦੀਆਂ ਨੇ ਇਹਦੇ ਵਿੱਚ मशीना भी आ जाती है वैसे. और इंटरमीडिएट गुड्स, नेक्स्ट टॉपिक है अपना इंटरमीडिएट गुड्स. इंटरमीडिएट गुड्स आर दोज गुड्स
which are not final goods and not raw material। ठीक है, intermediate goods हो गया। बेटा जिस तरह के जो लोहा है, ठीक है, ਉਹ ਕਿਸੇ ਫੈਕੇ ਉਹਦੇ ਕੁਝ मतलब ਉਹਦਾ ਕੋਈ ਚੀਜ਼ ਤਿਆਰ ਹੋਣੀ ਹੈ ਉਹਦੇ ਤੋਂ, ਠੀਕ ਹੈ, ਕੋਈ ਮਸ਼ੀਨਰੀ ਦਾ ਪਾਰਟ ਲਗਾ ਲਓ ਤਿਆਰ ਹੋਣਾ ਹੈ, ਜਾਂ ਫਿਰ ਕੋਈ ਏਦਾਂ ਦੀ ਚੀਜ਼ ਰੈਡੀ ਹੋਣੀ ਹੈ ਜਿਸਨੂੰ ਅੱਗੇ ਹੋਰ ਜ਼ਿਆਦਾ मतलब यूज करके फिर बेचना ਉਹਨਾਂ ਨੇ, ठीक है। सो ਇੱਥੇ ਜਿਹੜਾ ਲੋਹਾ ਹੈਗਾ ਆਪਣਾ ਉਹ ਇੰਟਰਮੀਡੀਏਟ ਗੁੱਡ ਹੈਗੀ, ठीक है। ਜਾਂ ਫਿਰ ਇੱਕ ਲਾ ਲਓ ਜੀ ਜਿਵੇਂ ਆਪਣਾ ਸ਼ੀਸ਼ਾ ਹੈ, ਸ਼ੀਸ਼ਾ ਜਿਹੜਾ ਉਹ ਇੱਕ ਕੰਪਨੀ ਨੇ ਤਿਆਰ ਕਰਤਾ ਤੇ ਕਿਸੇ ਦੂਸਰੀ ਕੰਪਨੀ ਨੇ ਉਹਨੂੰ ਸ਼ੀਸ਼ੇ ਨੂੰ ਖਰੀਦਿਆ ਤੇ ਉਹਨਾਂ ਨੇ ਕਾਰ ਦੇ ਸ਼ੀਸ਼ੇ ਬਣਾ ਕੇ ਉਹ ਵੇਚਣੇ ਨੇ। ਸੋ ਜਿਹੜਾ ਗਲਾਸ ਹੈ ਉਹ ਜਿਹੜੀ ਕੰਪਨੀ ਕਾਰਾਂ ਬਣਾਉਂਦੀ ਹੈ ਉਹਦੇ ਲਈ ਕੀ ਹੈ, ਉਹ ਇੰਟਰਮੀਡੀਏਟ ਗੁੱਡ ਹੈ। ਜਦੋਂ ਉਹ ਸ਼ੀਸ਼ਾ ਕਾਰ ਦੇ ਉੱਪਰ ਲੱਗ ਗਿਆ, ਕਾਰ ਵਿਕਣ ਲਈ ਰੈਡੀ ਹੋ ਗਈ, ਦੈਨ ਦੈਟ ਵਿਲ ਬੀ ਦਾ ਫਾਈਨਲ ਗੁੱਡ। ਹੁਣ ਇੱਕ ਇੱਥੇ ਪੁਆਇੰਟ ਆਉਂਦਾ ਬੇਟਾ ਆਪਣੇ ਕੋਲ ਫਾਈਨਲ ਗੁੱਡਸ ਆ। ਫਾਈਨਲ ਗੁੱਡਸ ਬਹੁਤ ਇੰਪੋਰਟੈਂਟ ਹੈ। ਇਹਨਾਂ ਦੇ ਉੱਪਰ ਰਾਜੇ ਸ਼ਾਰਟ ਜਿਹੜੇ ਹੈਗੇ ਨੇ ਕੁਐਸਚਨਸ ਆ ਜਾਂਦੇ ਆ ਮੋਸਟਲੀ, ਜਾਂ MCQs ਬਣ ਕੇ ਆ ਜਾਂਦੇ ਨੇ। ਵਟ ਆਰ ਦ ਫਾਈਨਲ ਗੁੱਡਸ? Final goods are that goods which are ready to consumer for a which are ready to consume for a prospective consumer। ਕੀ ਹੁੰਦਾ ਬੇਟਾ? ਫਾਈਨਲ ਗੁੱਡਸ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਇੱਕ ਕਸਟਮਰ ਉਹਦੇ ਤਾਂ ਨਹੀਂ ਹੈਗੀ ਸਰ, ਉਹ ਸ਼ਾਇਦ ਉਹਨਾਂ ਕੋਲ ਰਜਿੰਦਰ ਮੈਮ ਕੋਲ ਨਾ ਹੋ, ਮੈਂ ਬਾਹਰ ਹੀ ਰੱਖਦੀ। ਸੋ that is called final goods, ਜਿਸਨੂੰ ਅੱਗੇ ਫਰਦਰ ਸੇਲ ਲਈ ਨਹੀਂ ਵੇਚਿਆ ਜਾਏਗਾ, ਜਿਸਦੀ ਅੱਗੇ ਸੇਲ ਨਹੀਂ ਹੋਏਗੀ। ਆਪਾਂ ਉਹਨੂੰ ਸਿਰਫ ਕੀ ਕਰਾਂਗੇ, ਉਹਨੂੰ ਕੰਜ਼ਿਊਮਰ ਪਰਚੇਜ਼ ਕਰੇਗਾ ਤੇ ਯੂਜ਼ ਕਰੇਗਾ, ਠੀਕ ਹੈ ਨਾ, ਤਾਂ ਉਹ ਫਾਈਨਲ ਗੁੱਡ ਹੋਗੀ। ਇੱਕ ਇੱਥੇ ਮੈਂ ਐਗਜ਼ਾਮਪਲ ਦੇਣਾ ਚਾਹਾਂਗੀ ਬੇਟਾ ਤੁਹਾਨੂੰ, ਜਿਸ ਤਰ੍ਹਾਂ ਜਿਸ ਤਰ੍ਹਾਂ ਬੇਟਾ ਇੱਕ ਕੰਪਨੀ ਹੈ, ਉਸਨੇ ਆਪਣੇ ਵੱਲੋਂ ਕਾਰ ਬਣਾ ਕੇ ਵੇਚ ਦਿੱਤੀ ਹੈ, ਠੀਕ ਹੈ। ਕੋਈ ਪਰਸਨ ਉਹ ਕਾਰ ਲਿਆਇਆ ਤੇ ਉਹਨੇ ਅੱਗੇ ਵੇਚਤੀ, ਤਾਂ ਉਹ ਫਾਈਨਲ ਕੰਜ਼ਿਊਮਰ ਨਹੀਂ ਹੋਏਗਾ। ਤਾਂ ਉਹ ਇਸ ਤਰ੍ਹਾਂ ਹੀ ਮੰਨ ਲਓ ਪਰਸਨ ਏਦਾਂ ਹੀ ਕਰਦਾ ਹੈ, ਕਿਸੇ ਕੰਪਨੀ ਤੋਂ ਕਾਰ ਲੈ ਕੇ ਆਉਂਦਾ ਤੇ ਅੱਗੇ ਜਾ ਕੇ ਉਹਨੂੰ ਮਾਰਕੀਟ 'ਚ ਵੇਚ ਦਿੰਦਾ, ਤਾਂ ਉਹ ਫਾਈਨਲ ਕੰਜ਼ਿਊਮਰ ਨਹੀਂ ਕਹਿ ਸਕਦੇ ਆਪਾਂ। ਫਾਈਨਲ ਕੰਜ਼ਿਊਮਰ ਉਹ ਹੁੰਦਾ ਹੈ ਜਦੋਂ ਕਿਸੇ ਪਰਸਨ ਨੇ ਕਾਰ ਆਪਣੇ ਲਈ ਖਰੀਦੀ ਹੈ ਤੇ ਉਹਨੂੰ ਖੁਦ ਯੂਜ਼ ਕਰ ਰਿਹਾ, ਠੀਕ ਹੈ। ਜਿਹੜਾ ਪਰਸਨ ਉਹਨੂੰ ਖੁਦ ਯੂਜ਼ ਕਰੇਗਾ, that is called final goods। Next topic ਆਪਣਾ ਹੁਣ ਇੱਥੋਂ start ਹੈ। Now to have comprehensive idea of the total flow of production in economy, we need to quantitative measures of aggregate level of final goods produced in the economy। ਬੇਟਾ ਜੇ ਤੁਸੀਂ ਨਿਊਜ਼ ਸੁਣਦੇ ਹੋਵੋਗੇ ਤਾਂ ਅੱਜ ਕੱਲ ਦੇ ਵਿੱਚ ਇਹ ਨਿਊਜ਼ ਨੇ ਜਿਹੜੀਆਂ ਕਾਫੀ ਜ਼ਿਆਦਾ ਆ ਰਹੀਆਂ ਨੇ ਕਿ ਇੰਡੀਆ ਦੀ ਜਿਹੜੀ ਇਕੋਨਮੀ ਹੈ, ਇੰਡੀਆ ਦੀ GDP ਹੈ, ਉਹ ਬਹੁਤ ਜ਼ਿਆਦਾ ਨੀਚੇ ਚਲੀ ਗਈ ਹੈ, ਮਾਈਨਸ 'ਚ ਚਲੀ ਗਈ ਹੈ, ਜਿਸ ਦਾ ਕਿ ਆਪਣੇ ਦੇਸ਼ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਇੰਡੀਆ ਦੀ GDP 23 ਪੁਆਇੰਟ ਸਮਥਿੰਗ ਮਾਈਨਸ 'ਚ ਹੈ। ਸੋ ਪੈਂਡੈਮਿਕ ਕਰਕੇ, ਇਸ ਮਹਾਮਾਰੀ ਕਰਕੇ
ਕੀ ਹੋ ਗਿਆ, ਦੇਸ਼ ਦੇ ਵਿੱਚ ਘੱਟ ਪੈ ਗਿਆ, ਬਹੁਤ ਜ਼ਿਆਦਾ ਸਾਰੇ ਕੰਮ ਖੜ ਗਏ ਨੇ। ਸੋ ਇਸ ਨਾਲ ਇਕੋਨਮੀ ਦੇ ਵਿੱਚ ਇਕੋਨਮੀ ਨੂੰ ਬਹੁਤ ਜ਼ਿਆਦਾ ਲਾਸ ਹੋ ਰਿਹਾ ਹੈ। ਸੋ ਬੇਟਾ ਹੁਣ ਜਿੱਥੋਂ ਆਪਾਂ ਸਾਰੇ ਦੇਸ਼ ਦੇ ਵਿੱਚ, ਪੂਰੇ ਦੇਸ਼ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਨਾ, ਸਾਰੇ ਇੰਡੀਆ ਦੇ ਵਿੱਚ ਜਿਹੜਾ ਗੁਡਸ ਤੇ ਸਰਵਿਸਿਜ਼ ਪ੍ਰੋਵਾਈਡ ਹੁੰਦੀਆਂ ਨੇ, ਆਹ ਸਾਰਾ ਇੰਡੀਆ, ਠੀਕ ਹੈ, ਇਹ ਸਾਰਾ ਇੰਡੀਆ। ਇਹਦੀ ਅਲੱਗ-ਅਲੱਗ ਸਟੇਟਸ ਤੋਂ ਅਲੱਗ-ਅਲੱਗ ਗੁਡਸ ਤਿਆਰ ਹੋ ਕੇ ਇੰਡੀਆ ਦੇ ਵਿੱਚ ਆਉਂਦੀਆਂ ਨੇ, ਠੀਕ ਹੈ। ਸੋ ਇਹਨੂੰ ਆਪਾਂ ਕੀ ਬੋਲਦੇ ਆਂਗੇ, ਇਹਨੂੰ ਬੋਲਾਂਗੇ ਐਗਰੀਗੇਟ ਲੈਵਲ ਆਫ ਫਾਈਨਲ ਗੁਡਸ, ਐਗਰੀਗੇਟ ਲੈਵਲ ਆਫ ਫਾਈਨਲ ਗੁਡਸ। ਸੋ ਜੋ ਵੀ ਇੱਕ ਦੇਸ਼ ਦੇ ਵਿੱਚ, ਇੱਕ ਕੰਟਰੀ ਦੇ ਵਿੱਚ ਜਦੋਂ ਗੁਡਸ ਜਿਹੜੀਆਂ ਨੇ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਓਵਰਆਲ ਸਾਰੇ ਦੇਸ਼ ਦੇ ਵਿੱਚ ਜਿਹੜੀਆਂ ਗੁਡਸ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਆਪਾਂ ਉਹਨੂੰ ਕੀ ਬੋਲਦੇ ਆ, ਉਹਨਾਂ ਨੂੰ ਕਿਹਾ ਜਾਂਦਾ ਹੈ ਐਗਰੀਗੇਟ ਪ੍ਰੋਡਕਸ਼ਨ। However, in order to get a quantitative assessment, a measure of total final goods and services produced in the economy, it is obvious that we need a common measure rod. ठीक है, common measure rod की जरूरत होती है, ठीक है। We cannot add meters of cloth produced tons of rice or number of automobile or machines. Our common measure rod is money, since each of these commodities is produced for sale. ਤੁਸੀਂ ਮਾਰਕੀਟ ਦੇ ਵਿੱਚ ਬੇਟਾ ਕੋਈ ਵੀ ਚੀਜ਼ ਲੈਣ ਚਲੇ ਜਾਓ, ਕੋਈ ਵੀ, ਹਰ ਇੱਕ ਚੀਜ਼ ਦੀ ਕਿਸੇ ਦੀ ਲੈਂਥ ਹੁੰਦੀ ਹੈ, ਕਿਸੇ ਦੀ weight ਹੁੰਦਾ ਹੈ, ਠੀਕ ਹੈ ਨਾ, ਪਰ ਦੇ ਅਕੋਰਡਿੰਗ ਉਹਨਾਂ ਦਾ ਰੇਟ ਤੈਅ ਕੀਤਾ ਜਾਂਦਾ ਹੈ। ਦੇਖੋ ਕਾਮਨ ਮੈਜ਼ਰ ਆਫ, ਜਿਹੜਾ ਕਾਮਨ ਮੈਜ਼ਰ ਹੈ ਕਿਸੇ ਚੀਜ਼ ਨੂੰ ਮਾਪਣ ਦਾ, ਉਹ ਮਨੀ ਹੈ ਇੰਡੀਆ ਦੇ ਵਿੱਚ, ਠੀਕ ਹੈ। ਮੋਸਟਲੀ ਵਰਲਡ ਦੇ ਵਿੱਚ ਕਿਸੇ ਵੀ ਚੀਜ਼ ਦਾ ਜਦੋਂ ਆਪਾਂ ਨੇ ਪਤਾ ਕਰਨਾ ਵੀ ਇਹ ਕਿੰਨੇ ਦੀ ਹੈ, ਕਿੰਨੇ ਦੀ ਨਹੀਂ ਹੈ, ਤਾਂ ਉੱਥੇ ਉਹਦਾ ਕਾਮਨ ਮੈਜ਼ਰ ਆਪਾਂ ਮਨੀ ਦੇ ਨਾਲ ਪਤਾ ਕਰਦੇ ਹੁੰਦੇ ਹਾਂ, ਠੀਕ ਹੈ। ਸੋ ਜਿਹੜਾ ਕਲੋਥ ਹੈ ਉਹਨੂੰ ਮੀਟਰਸ ਦੇ ਵਿੱਚ ਰੱਖਿਆ ਜਾਂਦਾ ਹੈ, ਠੀਕ ਹੈ। ਹੋਰ ਜਿਹੜੀਆਂ ਚੀਜ਼ਾਂ ਜਿੱਦਾਂ ਮਿਲਕ ਵਗੈਰਾ ਹੋ ਗਿਆ, ਲਿਕੁਇਡ ਹੋ ਗਏ, ਉਹਨਾਂ ਨੂੰ ਆਪਾਂ ਲੀਟਰਸ ਦੇ ਵਿੱਚ ਲੈਂਦੇ ਹਾਂ। ਤੇ ਜਿਹੜੀਆਂ ਕੋਈ ਹੋਰ ਚੀਜ਼ਾਂ ਹੁੰਦੀਆਂ ਨੇ ਉਹਨਾਂ ਦੀ ਆਪਣੀ ਜਿਹੜੀ ਹੈਗੀ ਹੈ ਲੈਂਥ weight ਦੇ ਅਕੋਰਡਿੰਗ ਉਹਨਾਂ ਦਾ ਜਿਹੜਾ ਹੈਗਾ ਰੇਟ ਤੈਅ ਕੀਤਾ ਜਾਂਦਾ ਹੈ। Our common measuring rod is money, since each of these diverse commodities gives us a measure of final output, ਠੀਕ ਹੈ। ਸੋ ਇਹਨਾਂ ਦੀ ਮੋਨੇਟਰੀ ਵੈਲਿਊ ਹੁੰਦੀ ਹੈ, ਤਾਂ ਉਹਦੇ ਤੋਂ ਸਾਨੂੰ ਜਿਹੜੀ ਵੈਲਿਊ ਹੈ ਪਤਾ ਲੱਗ ਜਾਂਦੀ ਹੈ। ਬਟ why are we to measure final goods only? ਤੇ ਜਦੋਂ ਵੀ ਇੰਡੀਆ ਦੀ GDP ਦੀ ਆਪਾਂ ਗੱਲ ਕਰਦੇ ਹਾਂ ਤਾਂ ਉੱਥੇ ਸਿਰਫ ਫਾਈਨਲ ਗੁਡਸ ਨੂੰ ਲੈ ਕੇ ਹੀ ਗੱਲ ਕਰਾਂਗੇ। why surely intermediate goods are crucial input to any production process and a significant part of our manpower and capital stock are engaged in production of these goods. ਦੇਖੋ ਬੇਟਾ ਜਿਹੜੀਆਂ ਇੰਟਰਮੀਡੀਏਟ ਗੁਡਸ ਹੁੰਦੀਆਂ ਨੇ, ਜੇ ਹੁਣ ਆਪਾਂ ਏਦਾਂ ਸ਼ੁਰੂ ਕਰਤਾ ਵੀ ਪਹਿਲਾਂ ਆਪਾਂ ਇੰਟਰਮੀਡੀਏਟ ਦਾ ਵੀ ਰੇਟ ਲੈ ਲਿਆ, ਜਦੋਂ ਹਲੇ ਕੋਈ ਵੀ ਚੀਜ਼ ਬਣ ਕੇ ਤਿਆਰ ਨਹੀਂ ਹੋਈ, ਤੇ ਉਸ ਤੋਂ ਬਾਅਦ ਜਦੋਂ ਬਣ ਕੇ ਤਿਆਰ ਹੋ ਗਈ ਉਦੋਂ ਵੀ ਫਿਰ ਉਹਦੇ ਵਿੱਚ ਪੈਸੇ ਐਡ ਕਰਤੇ, ਇਸ ਤਰੀਕੇ ਨਾਲ ਤਾਂ ਡਬਲ ਕਾਊਂਟਿੰਗ ਹੋ ਜਾਏਗੀ ਨਾ। ਤਾਂ ਇਹਦਾ ਫਿਰ ਕੀ ਹੋਏਗਾ, ਲਾਸ ਹੋਏਗਾ। ਜਦੋਂ ਇੱਕ ਹੀ ਚੀਜ਼ ਨੂੰ ਆਪਾਂ ਦੋ ਵਾਰੀ ਇੱਕ ਚੀਜ਼ ਨੂੰ ਸਿਰਫ ਇੱਕ ਵਾਰੀ ਹੀ ਤੁਸੀਂ ਕਾਊਂਟ ਕਰ ਸਕਦੇ ਹੋ। ਲਾਈਕ ਜਦੋਂ ਫਾਈਨਲ ਗੁੱਡ ਤਿਆਰ ਹੋਊਗੀ ਤੁਹਾਡੇ ਕੋਲੇ, ਉਦੋਂ ਹੀ ਤੁਸੀਂ ਉਹਨੂੰ ਮੰਨੋ, ਇਸ ਤੋਂ ਪਹਿਲਾਂ ਜਿਹੜਾ ਹੈਗਾ ਉਹਨੂੰ ਮੰਨਣ ਦੀ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਹੈ ਬੇਟਾ। ਉਸ ਤੋਂ ਬਾਅਦ ਹੈ however since we are dealing with value of output, we should realize that the value of final good already include the value of
इंटरमीडिएट गुड, ठीक है ना। हुण ओह वाली लाइन आ गई इत्थे कि जदों इंटरमीडिएट गुड है जिहड़ी ओह बन के की होगी, फाइनल गुड बनूगी ना अगे जाके। हुण फिर दोबारी तो रेट नहीं कीता, एक परस्पैक्टिव दे रहे हैं कि एक ही बार तुहानू गुड दी जिहड़ी हैगी है वैल्यू मैजर करन दी जरूरत होएगी, ठीक है ना। Counting them separately will lead to error of double counting, ਤਾਂ वो double counting हो जाएगी बच्चे, ठीक है। Whereas considering intermediate good may give a fuller description of total economy, counting them with highly extragate the final value of our economy. जे फिर भी ਅਸੀਂ ਇਹਨੂੰ ਅਲੱਗ ਤੋਂ ਕਾਊਂਟ ਕਰਾਂਗੇ ਤਾਂ ਉਹ ਕੀ ਹੋਏਗਾ, ਐਕਸੈਸ ਦੇ ਵਿੱਚ ਐਕਸਟਰਾ ਗੇਟ ਹੁੰਦਾ ਹੈ ਕਿ ਜਿਹੜੀ ਐਕਚੁਅਲ ਦੇ ਨਾਲੋਂ ਅਲੱਗ ਹੈ ਉਹ ਤਸਵੀਰ ਹੈ ਜਿਹੜੀ ਸਾਹਮਣੇ ਆਏਗੀ ਸਾਡੇ ਕੋਲ। ਨੈਕਸਟ ਟੌਪਿਕ ਹੈਗਾ ਬੇਟਾ ਆਪਣੇ ਕੋਲੇ ਐਟ ਦਿਸ ਸਟੇਜ At this stage, it is important to introduce the concept of stock and flows. Often we hear statement like the average salary of someone rupees 10,000 or the output of steel industry is so many tons, so many rupees in value. But these are incomplete statement because it is not clear whether the income which is being referred is to yearly or monthly or daily income, and surely that make a huge difference. अगला टॉपिक है बेटा स्टॉक ते फ्लो दा। स्टॉक की चीज हुंदी है ते फ्लो की हुंदा है। इकोनॉमी दे बहुत इंपॉर्टेंट टॉपिक ने ये दोनों, स्टॉक ते फ्लो, ठीक है ना। ਤੇ ਨੈਕਸਟ ਹੈਗਾ ਬੇਟਾ ਸੋ ਕਹਿੰਦੇ ਇੱਕ ਪਰਸਨ ਦੀ ਸੈਲਰੀ ਹੈ ਜਿਹੜੀ 10,000 ਹੈ, ਠੀਕ ਹੈ, ਤੇ ਇੱਕ ਕੰਪਨੀ ਹੈ ਜਿਹੜੀ ਉਹ ਐਨੇ 100 ਟਨ ਜਿਹੜਾ ਹੈਗਾ ਵੇਚਦੀ ਹੈ ਤੇ ਐਨੇ ਪੈਸੇ ਕਮਾਉਂਦੀ ਹੈ, ਐਨੇ ਰੁਪਏ ਕਮਾਉਂਦੀ ਹੈ। ਤਾਂ ਇੱਥੇ ਨਾ ਤਾਂ ਇਹ ਦੱਸਿਆ ਗਿਆ ਕਿ ਉਹਨਾਂ ਦੀ ਮਹੀਨੇ ਦੀ ਆਮਦਨ ਇੰਨੀ ਹੈ, ਨਾ ਇਸ ਤਰ੍ਹਾਂ ਦੱਸਿਆ ਗਿਆ ਕਿ ਉਹਨਾਂ ਦੀ ਸਾਲ ਦੀ ਆਮਦਨ ਹੈ। ਸੋ ਜਦੋਂ ਸਾਨੂੰ ਕਲੀਅਰ ਕੱਟ ਕੋਈ ਚੀਜ਼ ਨਹੀਂ ਦੱਸੀ ਜਾਂਦੀ ਤਾਂ ਉੱਥੇ ਜਿਹੜੀ ਹੈਗੀ ਹੈ कैलकुलेशन करन दी बहुत वड्डी प्रॉब्लम हो जाती है इकोनॉमी दे विच। Sometimes when the context is familiar, we assume that the time period is known and therefore do not mention it, when inherent in all such statement is a definite period of time, ठीक है। तो उहदे definite period of time होना लाजमी है, otherwise such statement are meaningless। जे किसी चीज दी आपां नूं proper टाइमिंग नहीं पता भी कदों किहड़े टाइम ते ओह किन्नी दी सीगी, उस तो बिना ओहदी वैल्यू नूं तुसीं जिन्ना मर्जी कहंदे रहो, डेफिनेट टाइम पीरियड तो बिना ओहदा कोई मतलब नहीं बनेगा, आपां ओहदी काउंटिंग नहीं कर सकदे। जिद्दां आपां नूं पुछिया जांदा है कि किसी भी देश दे विच एक साल दे विच जो भी गुड्स एंड सर्विसेज प्रोड्यूस हुंदियां ने ਉਹਨਾਂ ਨੂੰ ਆਪਾਂ ਕੀ ਕਹਿੰਦੇ ਆ, ਫੈਕਟਰ ਆਫ ਪ੍ਰੋਡਕਸ਼ਨ, ਠੀਕ ਹੈ। ਫੈਕਟਰ ਆਫ ਪ੍ਰੋਡਕਸ਼ਨ ਬਣ ਜਾਂਦਾ ਹੁੰਦਾ ਇਹ। ਸੋ ਬੇਟਾ ਇਸ ਤੋਂ ਬਾਅਦ ਹੈਗਾ does income or output or profit are concept that make sense only when a period of specified। ਇਨਕਮ ਹੋ ਗਈ, ਆਊਟਪੁੱਟ ਹੋ ਗਿਆ, ਇਹ ਸਾਰੀਆਂ ਚੀਜ਼ਾਂ ਉਦੋਂ ਹੀ ਤੁਹਾਨੂੰ ਸਹੀ ਨਤੀਜੇ ਦੇਣਗੇ ਜਦੋਂ ਤੁਸੀਂ ਇਹਨਾਂ ਦੇ टाइम पीरियड ਦੇ ਉੱਤੇ ਧਿਆਨ ਦਵੋਗੇ ਵੀ ਕਿਹੜੇ ਟਾਈਮ ਪੀਰੀਅਡ 'ਚ ਕਿੰਨੀ ਚੀਜ਼ ਹੈ ਜਿਹੜੀ ਉਹ ਤੁਹਾਡੇ ਕੋਲ ਹੈਗੀ ਹੈ ਜਾਂ ਤੁਹਾਡੇ ਸਾਹਮਣੇ ਹੈ, ਠੀਕ ਹੈ ਨਾ। These are called ਜਿਸ ਦੀ ਵੀ ਸੈਂਸ ਬਣੇਗੀ ਆਪਾਂ ਉਹਨੂੰ ਕੀ ਬੋਲਦੇ ਆ, ਉਹਨੂੰ ਬੋਲਿਆ ਜਾਂਦਾ ਹੈ ਫਲੋ। These are called flow because they occur in a period of time। ਜਿਹੜੀ ਕੋਈ ਚੀਜ਼ ਇੱਕ ਟਾਈਮ ਪੀਰੀਅਡ ਦੇ ਵਿੱਚ ਹੋ ਰਹੀ ਹੁੰਦੀ ਹੈ ਬੇਟਾ ਤਾਂ ਉਹਨੂੰ ਆਪਾਂ ਕੀ ਬੋਲਦੇ ਆ, ਉਹਨੂੰ ਆਪਾਂ ਫਲੋ ਬੋਲਦੇ ਆ।
Therefore, we need to delineate a period of a time period to get a quantitative measure of these. Since a lot of accounting is done annually in economy, many of these are expressed annually like annual profit or production. So ठीक है बेटा, ਜਿਹੜੀ ਚੀਜ਼ ਇੱਕ ਟਾਈਮ ਪੀਰੀਅਡ ਦੇ ਵਿੱਚ ਵਾਪਰ ਰਹੀ ਹੈ, ਇੱਕ ਟਾਈਮ ਪੀਰੀਅਡ ਦੇ ਵਿੱਚ ਹੋ ਰਹੀ ਹੈ, ਤਾਂ ਉਹਨੂੰ ਆਪਾਂ ਕੀ ਬੋਲਦੇ ਹਾਂ? ਫਲੋ। ਨੈਕਸਟ ਹੈ ਬੱਚੇ, flows are defined over a period of time. flow ਨੂੰ ਇੱਕ ਟਾਈਮ ਪੀਰੀਅਡ ਦੇ ਨਾਲ ਤੁਸੀਂ ਡਿਫਾਈਨ ਕਰ ਸਕਦੇ ਹੁੰਦੇ ਹੋ ਹਮੇਸ਼ਾ। In contrast, capital goods or consumer durable once produced do not wear out or get consumed in a delineate time period. जो बच्चे अपनियां गुड्स प्रोड्यूस हो चुकियां ने ਕਿਸੇ ਵੀ ਕੰਪਨੀ ਦੇ ਵਿੱਚੋਂ, ਕਿਸੇ ਵੀ ਫੈਕਟਰੀ ਦੇ ਵਿੱਚੋਂ ਕੋਈ ਵੀ ਚੀਜ਼ ਜੋ ਨਿਕਲ ਕੇ ਕੰਜ਼ਿਊਮਰ ਦੇ ਯੂਜ਼ ਲਈ ਆ ਚੁੱਕੀ ਹੈ, ਉਹਨਾਂ ਦੇ ਲਈ ਡੈਲੀਨੇਟ ਟਾਈਮ ਪੀਰੀਅਡ ਨਹੀਂ ਹੋ ਸਕਦਾ, ਠੀਕ ਹੈ ਨਾ। In fact, capital goods continue to serve us through different cycles of production. The building or machine in a factory are there irrespective of specific time period. There can be addition to or deduction from these if new machine is added or machine falls in disuse is not replaced. There are called stock. ठीक है ना। ਜਦੋਂ ਇੱਕ ਮਸ਼ੀਨ ਹੈ ਬੇਟਾ, ਠੀਕ ਹੈ, ਤੁਸੀਂ ਉਹਦੀ ਜਗ੍ਹਾ ਤੇ ਰਿਪਲੇਸ ਨਹੀਂ ਕੀਤੀ, ਨਵੀਂ ਮਸ਼ੀਨ ਲਿਆ ਕੇ ਲਗਾ ਦਿੱਤੀ, ਤਾਂ ਉਹ ਕੀ ਬਣ ਜਾਂਦੀ ਹੈ? ਸਟਾਕ ਬਣ ਜਾਂਦੀ ਹੈ। And these are called stock. Stocks are defined at a particular point of time. However, we can measure a change in stock over a specific time. Change over a specific time period of time, like how many machines were added this year. ਠੀਕ ਹੈ। ਸਟਾਕ ਨੂੰ ਆਪਾਂ ਕਿਵੇਂ ਪਤਾ ਕਰ ਸਕਦੇ ਹੁੰਦੇ ਆ ਕਿ ਇੱਕ ਸਾਲ ਦੇ ਵਿੱਚ ਤੁਸੀਂ ਕਿੰਨੀਆਂ ਮਸ਼ੀਨਸ ਨੇ ਜਿਹੜੀਆਂ ਐਡ ਕੀਤੀਆਂ ਨੇ। ਸੱਚ ਚੇਂਜਸ ਇਨ ਸਟਾਕ ਆਰ ਦਸ ਫਲੋ। ਜਦੋਂ ਇਹ ਚੇਂਜ ਹੁੰਦਾ ਰਹਿੰਦਾ ਤਾਂ ਉਹ ਫਲੋ ਬਣ ਜਾਂਦਾ ਹੁੰਦਾ, ਠੀਕ ਹੈ, ਵਿਚ ਕੈਨ ਬੀ ਮੈਜ਼ਰਡ ਓਵਰ ਸਪੈਸੀਫਿਕ ਟਾਈਮ ਪੀਰੀਅਡਸ। A particular machine can be part of capital stock. ਇੱਕ ਜਿਹੜੀ ਮਸ਼ੀਨ ਹੁੰਦੀ ਹੈ ਉਹ ਕੈਪੀਟਲ ਸਟਾਕ ਦਾ ਪਾਰਟ ਹੁੰਦੀ ਹੈ ਕਈ ਸਾਲਾਂ ਤੱਕ, but that machine can be part of new machine added to the capital stock. So ਬੇਟਾ ਮੈਂ ਨਾ ਜੀ ਤੁਹਾਨੂੰ, ਹਾਂਜੀ, ਹੁਣ ਅਗਲੇ ਪੈਰੇ ਦੇ ਵਿੱਚ ਆਪਾਂ ਇਹਨੂੰ ਸਿੰਪਲ, ਬਿਲਕੁਲ ਸਿੰਪਲ ਤਰੀਕੇ ਨਾਲ ਪੜ੍ਹਦੇ ਹਾਂ ਕਿ ਸਟਾਕ ਤੇ ਫਲੋ ਹੁੰਦਾ ਕੀ ਹੈ। Further understand the difference between stock variable and flow variable. Let us take the following example. Suppose a tank is being filled with the water coming from tap. ਇੱਕ ਟੈਂਕ ਹੈ ਬੇਟਾ, ਉਹ ਪਾਣੀ ਦੇ ਨਾਲ ਜਿਹੜਾ ਹੈਗਾ ਭਰਿਆ ਜਾ ਰਿਹਾ ਹੈ, ਪਾਣੀ ਉਹਦੇ ਵਿੱਚ ਆ ਰਿਹਾ ਟੈਂਕ ਦੇ ਵਿੱਚ ਟੈਪ ਦੇ ਥਰੂ। ਜਦੋਂ ਉਹ ਪਾਣੀ ਟੈਪ ਦੇ ਥਰੂ ਆ ਰਿਹਾ ਟੈਂਕ ਦੇ ਵਿੱਚ ਤਾਂ ਉਹ ਫਲੋ ਹੋਏਗਾ, ਠੀਕ ਹੈ ਬੇਟਾ। ਇੰਨੀ ਕੁ ਗੱਲ ਧਿਆਨ ਨਾਲ ਆ ਗਈ ਕਿ ਆਉਂਦਾ ਜਾ ਰਿਹਾ ਐਡ ਹੁੰਦਾ ਜਾ ਰਿਹਾ, ਉਹ ਕੀ ਹੁੰਦਾ? ਫਲੋ, ਠੀਕ ਹੈ। The amount of water which is flowing into the tank from tap per minute is flow, but how much water there is in the tank at particular point of time, it is a stock concept. Point clear ਹੋਇਆ ਬੇਟਾ ਜਾਂ ਨਹੀਂ ਹੋਇਆ? ਬੇਟਾ ਜਿਨ੍ਹਾਂ ਨੂੰ ਵੀ ਪੁਆਇੰਟ ਕਲੀਅਰ ਹੋ ਚੁੱਕਿਆ ਹੈ ਤੁਸੀਂ ਮੈਨੂੰ ਥੰਬਸ ਅਪ ਕਰ ਦਿਓ।
ओके बेटा ठीक है। बेटा जशनप्रीत कौर डॉटर ऑफ अवतार सिंह हो ना तुसी? जशनप्रीत कौर डॉटर ऑफ अवतार सिंह। थम्स अप कर दो बेटा जे तुसी जशनप्रीत कौर डॉटर ऑफ अवतार सिंह हो। जशनप्रीत बेटा अनम्यूट करो। Jashanpreet, are you listening me? Jashanpreet, Sahil Kumar, Sahil, हाँ जी मैम। बेटा थोड़ी ना वीडियो बार बार ऑन हो रही है ते ਤੁਹਾਡੇ ਕੋਲ कौन है? पढ़ रहे हो ना? क्लास लगा रहे हो ध्यान नाल? यस मैम। हाँ जी ओके बच्चे गुड। बेटा लवप्रीत, लवप्रीत सिंह, हाँ जी मैम। लवप्रीत अनम्यूट करो बच्चे। करता ही। वीडियो ऑन करो तो वीडियो ऑन करो बेटा। बेटा मैं ਤੁਹਾਨੂੰ ਬਾਈ ਫੇਸ ਨਹੀਂ ਜਾਣਦੀ ਇਸ ਕਰਕੇ ਮੈਂ ਦੇਖਣਾ ਵੀ ਤੁਸੀਂ ਕਿਹੜੇ ਸਟੂਡੈਂਟ। खड़ जाओ जी एक मिनट। ओके बच्चे ठीक है कर लो बेटा ऑफ। थैंक यू। सो बेटा ਅੱਜ ਨਾ ਤੁਹਾਨੂੰ ਤੁਹਾਡੀਆਂ ਆਈਡੀਜ਼ ਮੈਂ ਸੈਂਡ ਕਰ ਦਾਂਗੀ ਇੰਡੀਵਿਜੂਅਲੀ ਤੁਹਾਡੇ ਨੰਬਰਾਂ ਤੇ ਠੀਕ ਹੈ ਤੇ ਤੁਸੀਂ ਆਪਣੀ ਆਈਡੀ ਆਪਣੇ ਨਾਮ ਦੇ ਨਾਲ ਜ਼ੂਮ ਦੇ ਉੱਪਰ ਮੈਂਸ਼ਨ ਕਰਨੀ ਹੈ ਠੀਕ ਹੈ। ਚਾਹੇ ਸਿੰਘ ਕੌਰ ਨਾ ਪਾਇਓ ਬਟ ਆਈਡੀ ਤੁਹਾਡੀ ਜ਼ਰੂਰ ਮੈਂਸ਼ਨ ਹੋਣੀ ਚਾਹੀਦੀ ਹੈ बेटा। ਕਈ ਵਾਰ ਨਾ ਬੱਚੇ ਸ਼ਰਾਰਤਾਂ ਕਰਦੇ ਨੇ मतलब आके मेरी स्क्रीन के उपर लिखना शुरू कर देंगे ने। कल भी तुसी देखिया होना ते बहुत गलत गल है वो। सो जिहड़े बच्चे पढ़ना चाहते ने मैं नहीं चाहती कि उन्हों का कोई लॉस होवे ठीक है ना। अज तुहानूं इंडिविजुअली मैं तुहाडी आईडी सेंड कर दांगी तुसी अपने नाम दे नाल बेटा आईडी जरूर लिख लियो ठीक है। सो बेटा टैंक दा पता चल गया ना तुहानूं स्टॉक ते फ्लो दा। स्टॉक एंड फ्लो दा की मतलब हुंदा बेटा? बेटा एक मेरे को स्टूडेंट हैगा फतेह सिंह ते एक हैगा फतेह। फतेह वीडियो ऑन करो। बेटा फतेह सिंह है तो ठीक है बेटा तो फोटो लगी हुई है
अब फतेह कल्ला नाम लिखा आ रहा है, कौन है बच्चा? सो बेटा ਜਦੋਂ ਟੈਪ ਦੇ ਨਾਲ ਕਿਸੇ ਵੀ ਟੈਂਕ ਦੇ ਵਿੱਚ ਪਾਣੀ ਪੈ ਰਿਹਾ ਹੈ, ਫਲੋ ਨਾਲ ਆ ਰਹੀ ਹੈ ਚੀਜ਼, ਲਗਾਤਾਰ ਚੀਜ਼ ਐਡ ਹੋ ਰਹੀ ਹੈ, that is called flow। ਤੇ ਜਦੋਂ ਇੱਕ ਉਸੇ ਟੈਂਕ ਦੇ ਵਿੱਚ ਇੱਕ ਸਪੈਸੀਫਿਕ ਟਾਈਮ ਪੀਰੀਅਡ ਦੇ ਵਿੱਚ ਪਾਣੀ ਆਲਰੇਡੀ ਪਿਆ ਸੀਗਾ ਤਾਂ ਉਹਨੂੰ ਆਪਾਂ ਬੋਲਦੇ ਹਾਂ ਸਟਾਕ। ਸੋ ਇਹ ਕਨਸੈਪਟ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਬੇਟਾ। ਸੋ ਮੰਨ ਲਓ ਪਹਿਲਾਂ ਟੈਂਕ ਖਾਲੀ ਸੀਗਾ ਮਾਰਨਿੰਗ ਦੇ ਟਾਈਮ, ਉਹਦੇ ਵਿੱਚ 10 ਲੀਟਰ ਪਾਣੀ ਸੀ, ਠੀਕ ਹੈ ਨਾ, ਤਾਂ ਦੈਨ ਦੈਟ ਵਿਲ ਬੀ ਦ ਸਟਾਕ। ਉਸ ਤੋਂ ਬਾਅਦ ਤੁਸੀਂ ਲਾ ਲਓ ਵੀ 2 ਘੰਟੇ ਬਾਅਦ 2 ਘੰਟੇ ਟੈਪ ਚੱਲਦੀ ਰਹੀ ਤੇ ਪਾਣੀ ਜਿਹੜਾ ਸੀਗਾ ਐਡ ਹੁੰਦਾ ਰਿਹਾ, ਤਾਂ ਉਹ ਜਿਹੜਾ ਪਾਣੀ 2 ਘੰਟਿਆਂ ਦੇ ਵਿੱਚ ਐਡ ਹੋਇਆ ਉਹ ਕੀ ਸੀ ਸਾਡਾ, ਉਹ ਫਲੋ ਹੁੰਦਾ ਹੈ। ਏਦਾਂ ਹੀ ਬੇਟਾ ਗੁਡਸ ਦੇ ਕੇਸ ਦੇ ਵਿੱਚ ਹੁੰਦਾ ਹੈ, ਜਦੋਂ ਗੁਡਸ ਸਾਡੇ ਕੋਲ ਇੱਕ ਪਰਟੀਕੂਲਰ ਟਾਈਮ ਪੀਰੀਅਡ ਤੇ ਸਾਡੇ ਕੋਲ ਹੁੰਦੀਆਂ ਨੇ ਉਹਨੂੰ ਆਪਾਂ ਬੋਲਦੇ ਆ ਸਟਾਕ। ਬਟ ਜਦੋਂ ਉਹ ਐਡ ਹੋ ਰਹੀਆਂ ਹੁੰਦੀਆਂ ਨੇ ਤਾਂ ਉਹ ਕੀ ਹੋ ਰਿਹਾ ਹੁੰਦਾ ਹੈ, ਉਹ ਉਹਨੂੰ ਬੋਲਦੇ ਆ ਆਪਾਂ ਫਲੋ। नेक्स्ट है बेटा to come back to our discussion on the measure of final output, that part of our final output that comprise of capital goods constitutes gross investment। कहने की है to come back to our discussion on the measure of final output। final output की होएगी बेटा, final output that part of final output that comprise of capital goods constitute gross investment। ਜਿਸ ਦੇ ਵਿੱਚ capital goods ਸ਼ਾਮਲ ਨੇ ਗੀਆਂ ਉਹਨੂੰ ਆਪਾਂ ਬੋਲਦੇ ਆ gross investment of an economy। these may be machines, tools, implements। ठीक है ना, ਜਿਹੜੀਆਂ ਗ੍ਰੋਸ ਜਿਹੜੀਆਂ ਕੈਪੀਟਲ ਗੁੱਡਸ ਹੁੰਦੀਆਂ ਨੇ ਬੇਟਾ ਹੋਰ ਚੀਜ਼ਾਂ ਨੂੰ ਪ੍ਰੋਡਕਸ਼ਨ ਕਰਨ ਦੇ ਲਈ ਹੈਲਪ ਕਰਦੀਆਂ ਨੇ ਤਾਂ ਹੋ ਜਾਂਦੀ ਹੈ ਆਪਣੀਆਂ ਕੈਪੀਟਲ ਗੁੱਡਸ। ਜਿੱਦਾਂ ਬੇਟਾ ਤੁਸੀਂ ਦੇਖੋ ਖੇਤੀਬਾੜੀ ਕਰਦੇ ਆਪਾਂ, ਠੀਕ ਹੈ, ਖੇਤਾਂ ਦੇ ਵਿੱਚ ਫਸਲਾਂ ਬੀਜਣ ਲਈ ਟਰੈਕਟਰ ਯੂਜ਼ ਕਰਦੇ ਆ, ਹੋਰ ਜਿਹੜੇ ਹੈਗੇ ਨੇ ਸੰਦ ਯੂਜ਼ ਕਰਦੇ ਆ ਹਨਾ, ਤਾਂ ਉਹ ਸਾਰੇ ਕੀ ਨੇਗੇ, ਉਹ ਕੈਪੀਟਲ ਗੁੱਡਸ ਹੁੰਦੀਆਂ ਨੇ। ਸਮਝ ਗਏ ਨਾ, ਕੈਪੀਟਲ ਗੁੱਡਸ ਕਿਹੜੀਆਂ ਹੁੰਦੀਆਂ ਨੇ, ਹੁਣ ਜਿਹੜੀ ਫਸਲ ਹੈ ਆਪਣੀ ਉਹ ਫਾਈਨਲ ਗੁੱਡ ਹੈ, ਠੀਕ ਹੈ, ਤੇ ਜਿਹੜੇ ਟਰੈਕਟਰ ਹੋ ਗਏ ਜਾਂ ਹੋਰ ਟਰੈਕਟਰ ਦੇ ਨਾਲ ਆਪਾਂ ਜੋ ਵੀ ਯੂਜ਼ ਕਰਦੇ ਆ, ਟੂਲਸ ਯੂਜ਼ ਕਰਦੇ ਆ, ਠੀਕ ਹੈ, ਖੇਤੀ ਨੂੰ ਉਹਨੂੰ ਖੇਤਾਂ ਨੂੰ ਵਾਹੁਣ ਦੇ ਲਈ, ਸਿੱਧਾ ਪੱਧਰਾ ਕਰਨ ਦੇ ਲਈ ਜੋ ਵੀ ਕਰਦੇ ਆ ਉਹ ਹੁੰਦੇ ਆ ਬੇਟਾ ਆਪਣੇ ਕੈਪੀਟਲ ਗੁੱਡਸ, ਰਾਈਟ। ਸੋ ਏਦਾਂ ਹੁੰਦਾ ਬੇਟਾ। ਸੋ ਕਹਿੰਦੇ these may be machine, tools, implements, building, office space, store house or infrastructure like roads, bridge, airport or jetties। ਠੀਕ ਹੈ ਬੇਟਾ। ਸੋ ਇਹ ਟੌਪਿਕ ਹੈ ਜਿਹੜਾ ਆਪਾਂ ਇਹਨੂੰ ਕੰਟੀਨਿਊ ਰੱਖਦੇ ਹਾਂ ਨੈਕਸਟ ਕਲਾਸ ਦੇ ਵਿੱਚ। ਤੁਹਾਨੂੰ 10 ਮਿੰਟ ਤੱਕ ਲਿੰਕ ਮਿਲ ਜਾਏਗਾ ਤੇ ਤੁਸੀਂ ਐਡ ਹੋ ਜਿਓ ਤੇ ਆਪਾਂ ਅਗਲਾ ਟੌਪਿਕ ਅਗਲੀ ਕਲਾਸ ਦੇ ਵਿੱਚ ਕਰਾਂਗੇ, ਠੀਕ ਹੈ। ਸੋ ਬੇਟਾ ਆਪਣੀ ਨਾਮ ਦੇ ਨਾਲ ਜਿਹੜਾ ਤੁਹਾਡੀ ਆਈਡੀ ਜ਼ਰੂਰ ਮੈਂਸ਼ਨ ਕਰ ਲੈਣੀ ਹੈ ਸਾਰੇ ਬੱਚਿਆਂ ਨੇ।
हाँ जी बेटा कोमलप्रीत। ठीक है बेटा। मैम इन्ने हेलो क्लास लीव कर दिए जिन्ना टाइम तुसी लिंक नहीं सेंड करदे। हाँ जी हाँ बेटा बस क्लास खत्म होने वाली है, लास्ट 1 मिनट बाकी है। ठीक है तो ओके फिर मैम। नवा टॉपिक स्टार्ट हो रहा है, मैं अगली क्लास च शुरू करवा दांगी, फिर बिचों कट हो जाऊगा नहीं तो। ठीक है ओके।